ये नवीन का जिहड़ा जी लगभग 3-4 साल तो पूरे जोर नाल चल रहा सी। बड़ा वड्डा इहदा नैक्सस सीगा। ਇਹਦੇ ਵਿੱਚੋਂ ਇਹਨੂੰ ਕਹਿ ਲਓ ਵੀ ਇਹ ਸਾਰਾ ਜਿਹੜਾ ਧੰਦਾ ਚੱਲ ਰਿਹਾ ਸੀ ਇਹ 4 ਸਾਲ ਤੋਂ 3-4 ਸਾਲ ਤੋਂ ਹੈ। ਨਹੀਂ ਡੰਪ ਦੇ ਵਿੱਚੋਂ ਤੇਲ ਨਹੀਂ ਸੀ ਉਹਦੇ ਚ ਹੋ ਗਿਆ ਪ੍ਰੋਲੀਫਰੇਟ ਹੋ ਗਿਆ ਜਿਹੜਾ ਟਰੱਕ ਟੈਂਕਰਾਂ ਦੇ ਵਿੱਚ ਉੱਥੇ ਉਹਨਾਂ ਨੇ ਦਿਖਾਇਆ ਸ਼ਾਇਦ ਤੁਹਾਡੇ ਤੋਂ ਗਏ ਸੀ ਇੱਕ ਪਾਈਪ ਬਣਾਈ ਵੀ ਹੈ ਉਹਨੇ ਉਹ ਕੱਢ ਕੇ ਉਹਨੂੰ ਕਹਿੰਦੇ ਵਿੱਚ ਲਾ ਕੇ ਖੋਲ ਦਿੰਦੇ ਉਹਨੂੰ ਫਿਰ ਪਾਈਪ ਲਾ ਕੇ ਆਪਣੇ ਡਰਮ ਭਰ ਲੈਂਦੇ ਉਹ ਟੈਂਕਰਾਂ ਦੇ ਵਿੱਚ ਜਦੋਂ ਡੰਪ ਦੇ ਵਿੱਚੋਂ ਟੈਂਕਰਾਂ 'ਚ ਤੇਲ ਹੋ ਗਿਆ ਤੇ ਤੇਲ ਨੂੰ ਅੱਗੇ ਜਾ ਕੇ ਉਹਨੂੰ ਆਪਦੇ ਵਿੱਚੋਂ ਕੱਢ ਕੇ ਉਹਨੇ ਪਾ ਲਿਆ। ਹੁਣ ਉਹਨੂੰ ਹੋਰ ਕੁਆਲਿਟੀ ਨੂੰ ਡਾਊਨ ਕਰਨ ਲਈ ਉਹਦੇ 'ਚ ਇਥਨੋਲ ਜਿਹੜਾ ਆਮ ਪੈਟਰੋਲ ਪੰਪ ਵਾਲਾ ਉਹਦਾ ਹੋ ਗਿਆ ਨਾ ਜਿਹੜਾ ਟੈਂਕਰਾਂ 'ਚ ਜਾਂਦਾ ਆਮ ਲੋਕਾਂ ਨੂੰ ਸਪਲਾਈ ਹੋਣ ਵਾਲਾ ਇਥਨੋਲ ਹੈ ਬਹੁਤ ਸਸਤਾ ਉਹ 30-40 ਰੁਪਏ ਦੇ ਕਰੀਬ ਹੈ ਲੀਟਰ ਜਿਹੜਾ ਇਥਨੋਲ ਤੇ ਇਹ ਵਿੱਚੋਂ ਇੱਥੇ ਪਤਾ ਲੱਗਿਆ ਵੀ ਲਾ ਮਿਲਾ ਕੇ ਇਹ ਕੋਈ ਜਿਹੜਾ ਇਹ ਕੋਈ ਬਾਜ਼ਾਰ ਦੇ 100 ਰੁਪਏ ਵਾਲੇ ਲੀਟਰ ਤੇ ਲਗਭਗ 75-80 ਰੁਪਏ ਨੂੰ ਰਿਟੇਲ ਦੇ ਵਿੱਚ ਵੇਚੀ ਜਾਂਦੇ ਸੀ। ਇਹ ਲੈਂਦੇ ਆ ਜਿਹੜੇ 40-50 ਜਾਂ 60 ਰੁਪਏ ਦੇ ਜਿਸ ਜਿਹਾ ਬੰਦੇ ਦਾ ਹਿਸਾਬ ਲੱਗੇ ਉਸ ਢੰਗ ਦੇ ਲੈ ਕੇ ਅੱਗੇ ਉਹਨੂੰ ਕਰਦੇ ਨਹੀਂ। ਇਹ ਕੁਝ ਥਾਵਾਂ ਦੇ ਉੱਤੇ ਉਹ ਟੈਂਕਰ ਖੜੇ ਕੀਤੇ ਹੋਏ ਸੀ। ਜੇ ਕੋਈ ਚੈਕਿੰਗ ਵਾਲਾ ਆਉਂਦਾ ਜੀ ਕਹਿੰਦੇ ਟੈਂਕਰ ਆਇਆ ਤੇਲ ਜੀ ਪਹਿਲਾਂ ਕੱਢ ਕੇ ਤੇਲ ਉਹਦੇ ਵਿੱਚ ਭਰ ਲਿਆ ਜਾਂਦਾ ਸੀ ਤੇ ਸਸਤੇ ਰੇਟ ਦੇ ਉੱਤੇ ਰਿਟੇਲ ਦੇ ਵਿੱਚ ਜਿਵੇਂ ਇਹ ਕਹਿ ਲਓ ਜੀ 6 ਪੈਟਰੋਲ ਪੰਪ ਜਿਹੜੇ ਰੈਗੂਲਰ ਚੱਲ ਰਹੇ ਸੀ ਇਹਦੇ ਵਿੱਚੋਂ ਇਹ ਕਹਿ ਲਓ ਇੱਕ ਤਰੀਕੇ ਦੇ ਅਨਆਥੋਰਾਈਜ਼ਡ ਪੈਟਰੋਲ ਪੰਪ ਹੋਵੇ ਤਾਂ ਸਹੀ ਪੈਟਰੋਲ ਹੋਵੇ ਤਾਂ ਹੋਰ ਗੱਲ ਹੈ ਇਥਨੋਲ ਨੂੰ ਆਪਦੀ ਮਰਜ਼ੀ ਨਾਲ ਮਿਕਸ ਅਪ ਕਰਕੇ 3 ਨੁਕਸਾਨ ਸੀ ਇਹਦੇ। ਇੱਕ ਇਹਦੇ ਵਿੱਚੋਂ ਜਿਹੜੇ ਵਹੀਕਲ ਜਿਹੜੇ ਲੈ ਕੇ ਜਾਂਦੇ ਆ ਡੀਜ਼ਲ ਵਾਲੇ ਕਈ ਲੋਕ ਟਰੈਕਟਰਾਂ ਦੇ ਵਿੱਚ ਲੈ ਜਾਂਦੇ ਆ ਹੋਰ ਲੈ ਜਾਂਦੇ ਆ ਇਥਨੋਲ ਦੀ ਮਾਤਰਾ ਹੋਰ ਕਰਕੇ ਇੰਜਨਾਂ ਨੂੰ ਨੁਕਸਾਨ ਹੋ ਰਿਹਾ ਸੀ। ਨੰਬਰ 2 ਤੇ ਇਥਨੋਲ ਨੂੰ ਇਥੋਂ ਮਿਸਯੂਜ਼ ਕਰਕੇ ਕਿਸੇ ਵੀ ਲੈਵਲ ਤੇ ਸ਼ਰਾਬ ਦੇ ਵਿੱਚ ਯੂਜ਼ ਕੀਤਾ ਜਾ ਸਕਦਾ ਸੀ। ਥਰਡ ਦੇ ਵਿੱਚ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਇਹਦੇ ਵਿੱਚ ਕਿਉਂਕਿ ਹੀਟ ਜ਼ਿਆਦਾ ਮੈਟਰ ਹੈ ਜਿਹਦੇ ਵਿੱਚ ਐਕਸਪਲੋਸਿਵ ਜਿਹੜਾ ਕਿਤੇ ਵੀ ਇਹਦੇ 'ਚ ਜਿਹੜਾ ਬਲਾਸਟ ਹੋ ਕੇ ਤੇ ਕਿਤੇ ਆਇਲ ਡੰਪ ਨੂੰ ਵੀ ਨੁਕਸਾਨ ਹੋ ਸਕਦਾ ਸੀ ਉੱਥੇ ਖੜੇ ਟਰੱਕਾਂ ਨੂੰ ਵੀ ਨੁਕਸਾਨ ਹੋ ਸਕਦਾ ਤੇ ਜਾਨ ਮਾਲ ਨੂੰ ਵੀ ਨੁਕਸਾਨ ਹੋ ਸਕਦਾ। ਸਰ ਆਇਲ ਡੰਪਿੰਗ ਇੰਕਲੂਡ ਇਹਦੇ ਲਗਭਗ ਆਇਲ ਸਟਾਕ ਹੈਗਾ ਮਹਿੰਦਰਾ ਏਜੰਸੀ ਦੇ ਸਾਹਮਣੇ ਹੈਗਾ ਨਵੀਨ ਕੁਮਾਰ ਔਰ ਬੱਗਾ ਪੁੱਤਰ ਸੋਮਨਾਥ ਵਾਸੀ ਸੰਗਰੂਰ ਤੇ ਇਹਦੇ ਤੇ 100 ਲੀਟਰ ਡੀਜ਼ਲ ਤੇ 420 ਲੀਟਰ ਪੈਟਰੋਲ ਇਹਦੇ ਵਿੱਚੋਂ ਤੁਹਾਨੂੰ ਸਾਰਿਆਂ ਨੂੰ ਜੀ ਆਇਆ ਤੇ ਅੱਜ ਅਸੀਂ ਇੱਕ ਸਵੇਰੇ ਇੱਕ ਬਹੁਤ ਪਿਛਲੇ 3-4 ਸਾਲ ਤੋਂ ਬਹੁਤ ਵੱਡਾ ਗੋਰਖ ਧੰਦਾ ਬੜੇ ਵੱਡੇ ਲੈਵਲ ਤੇ ਚੱਲ ਰਿਹਾ ਸੀ ਉਹਨੂੰ ਇੱਕ ਨੈਕਸਸ ਵੀ ਕਹਿ ਸਕਦੇ ਇੱਕ ਮਾਫੀਆ ਵੀ ਕਹਿ ਸਕਦੇ ਆ ਜਿਹਨੂੰ ਅਸੀਂ ਅੱਜ ਧੋਇਆ ਉਹਦੇ ਵਿੱਚ ਹੁੰਦਾ ਸੀ ਜਿਹੜਾ ਇੰਡੀਅਨ ਆਇਲ ਦੇ ਜਿਹੜੇ ਹੈਗੇ ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਦੇ ਆਇਲ ਡੰਪ ਹੈ ਉਹਦੇ ਵਿੱਚ ਇਥਨੋਲ ਆਉਂਦਾ ਤੇ ਇਹਦੇ ਵਿੱਚੋਂ ਕੁਝ ਮਿਕਸ ਹੁੰਦਾ ਹੈ ਉਹਦੇ ਵਿੱਚ ਜਿਹੜਾ ਪੈਟਰੋਲ ਡੀਜ਼ਲ ਦੇ ਵਿੱਚ ਮਿਕਸ ਹੁੰਦਾ ਤੇ ਅੱਗੇ ਟੈਂਕਰ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਇਸ ਰੀਜਨ ਨੂੰ ਲੁਧਿਆਣਾ ਤੇ ਜਲੰਧਰ ਤੱਕ ਨੂੰ ਇੱਥੋਂ ਸਪਲਾਈ ਹੁੰਦਾ ਤੇ ਉਹਦੇ ਵਿੱਚ ਅਸੀਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਜਿਹੜੇ ਉੱਥੇ ਨੇੜੇ ਢਾਬੇ ਆ ਤੇ ਪਿੰਡ ਦਾ ਕੀ ਨਾਮ ਹੈ ਕੰਮੋ ਮਾਜਰਾ ਪਿੰਡ ਹੈ ਉਹਦੇ ਵਿੱਚ ਇਹਨਾਂ ਨੇ ਇਸ ਢੰਗ ਦੇ ਪ੍ਰਿਵਿਲੇਜ ਕਰਕੇ ਜਿਹੜਾ ਇਥਨੋਲ ਵਗੈਰਾ ਕੱਢ ਕੇ ਤੇ ਪਲੱਸ ਉਹਦੇ ਵਿੱਚੋਂ ਪੈਟਰੋਲ ਡੀਜ਼ਲ ਆ ਜਿਹੜਾ ਉਹ ਕੱਢ ਕੇ ਉਹਨੂੰ ਮਿਕਸ ਅਪ ਕਰਕੇ ਅੱਗੇ ਵੇਚਿਆ ਜਾਂਦਾ ਉਹਦੀ ਇਨਫੋਰਮੇਸ਼ਨ ਇਹ ਸੀ ਵੀ ਇੱਥੇ ਇਸ ਵੱਡੇ ਲੈਵਲ ਤੇ ਸਟੋਰ ਕੀਤਾ ਜਾਂਦਾ ਕਿਤੇ ਵੀ ਉਹਦਾ ਧਮਾਕਾ ਹੋ ਸਕਦਾ ਗਰਮੀ ਦੇ ਨਾਲ ਟੈਂਪਰੇਚਰ ਵਧਦਾ ਤੇ ਉਹ ਸਟੋਰੇਜ ਕੋਈ ਅਨਸੇਫ ਹੈ ਐਕਸਪਲੋਸਿਵ ਟਾਈਪ ਮਟੀਰੀਅਲ ਹੈ ਉਹਦੇ ਵਿੱਚ ਇਥਨੋਲ ਨੂੰ ਮਿਸਯੂਜ਼ ਕਰਕੇ ਕਿਸੇ ਵੀ ਕੋਈ ਜ਼ਹਿਰੀਲੀ ਸ਼ਰਾਬ ਬਣਾਈ ਜਾ ਸਕਦੀ ਹੈ ਹੋਰ ਕੀਤਾ ਜਾ ਸਕਦਾ ਇਸ ਕਰਕੇ ਇੱਕ ਸਪੈਸ਼ਲ ਅੱਜ ਸਵੇਰੇ ਅਸੀਂ ਅਰਲੀ ਮਾਰਨਿੰਗ 5 ਵਜੇ ਉਹਨੂੰ ਐਸਪੀਡੀ ਡੀਐਸਪੀਡੀ ਸਿਟੀ ਸਦਰ ਨੇੜ ਦੀਆਂ ਚੌਂਕੀਆਂ ਵਾਲੇ ਸੀਆਈਏ ਸੰਗਰੂਰ ਉਹਦੀਆਂ ਅਸੀਂ ਟੀਮਾਂ ਬਣਾ ਕੇ ਸਰਪ੍ਰਾਈਜ਼ ਉਹਦੇ ਤੇ ਰੇਡ ਕੀਤਾ ਉਹਦੇ ਵਿੱਚ ਰੇਡ ਕਰਨ ਤੇ ਜਿਹੜਾ ਬੇਸਿਕਲੀ ਮੋਡਸ ਆਪਰੈਂਡੀ ਜਿਹੜੀ ਸੀ ਵੀ ਉਹ ਇੱਕ ਇਥਨੋਲ ਜਿਹੜਾ ਚਲਾ ਜਾਂਦਾ ਸੀ ਡੰਪ ਦੇ ਵਿੱਚੋਂ ਉਹ ਹਜੇ ਕੁਐਸਚਨ ਮਾਰਕ ਹੈ ਵੀ ਉਹ ਡੰਪ ਤੋਂ ਬਾਹਰ ਕਿਵੇਂ ਆਉਂਦਾ ਇਥਨੋਲ ਪਲੱਸ ਜਿਹੜਾ ਗੱਡੀਆਂ ਦੇ ਵਿੱਚ ਡੀਜ਼ਲ ਜਾਂ ਪੈਟਰੋਲ ਜਿਹੜਾ ਭਰਿਆ ਜਾਂਦਾ ਤੇ ਉਹਨੂੰ ਜਿਹੜਾ ਅੱਗੇ ਕਿਵੇਂ ਉਹਦੇ ਤੇ ਕੱਢ ਕੇ ਮਿਕਸ ਕੀਤਾ ਜਾਂਦਾ ਸੀ
ਤੇ ਉਹਦੇ ਵਿੱਚ ਉਹਨੂੰ ਅੱਗੇ ਲੋਕਾਂ ਨੂੰ ਸਸਤੇ ਰੇਟ ਦੇ ਵਿੱਚ ਵੇਚਿਆ ਜਾਂਦਾ ਸੀ। ਤੇ ਇਹਦੇ ਵਿੱਚ ਜਿਹੜੀ ਉਹਦੇ ਅਸੀਂ ਲਗਭਗ 6 ਥਾਵਾਂ ਤੇ ਪੈਰਲਲ ਰੇਟ ਕੀਤੇ ਆ, ਜਿਹਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜਾ ਗਰੇਵਾਲ ਢਾਬਾ, ਗਰੇਵਾਲ ਢਾਬਾ ਦੇ ਵਿੱਚ 2 ਮਰੂਤੀ ਕਾਰਾਂ, ਇੱਕ ਦੇ ਨੰਬਰ ਵੀ ਹੈ ਨਹੀਂ, ਦੂਜੇ ਦਾ ਸ਼ੱਕ ਹੈ ਵੀ ਫੇਕ ਨੰਬਰ ਲੱਗਿਆ ਹੋਇਆ, ਤੇ ਉਹਦੇ ਵਿੱਚ 2 ਮਰੂਤੀ ਕਾਰਾਂ 750 ਲੀਟਰ ਇਥਨੋਲ ਤੇ 50 ਲੀਟਰ ਪੈਟਰੋਲ 15 ਕੈਨ ਉਹਦੇ ਚੋਂ ਇਹ ਮਿਲਿਆ। ਫਿਰ ਕੰਮੋ ਮਾਜਰਾ 'ਚ ਇੱਕ ਮਕਾਨ ਹੈ ਜਿਹਦੇ ਵਿੱਚ ਉਹਦੇ ਚੋਂ ਬਣੇ 35 ਕੇਨ 1850 ਲੀਟਰ ਦੇ ਕਰੀਬ ਇਥਨੋਲ ਮਿਲਿਆ, 150 ਲੀਟਰ ਡੀਜ਼ਲ ਮਿਲਿਆ। ਫਿਰ ਕੰਮੋ ਮਾਜਰਾ ਵਿਖੇ ਹੀ ਇੱਕ ਪਸ਼ੂਆਂ ਵਾਲਾ ਬਾੜਾ ਬਣਿਆ ਹੋਇਆ ਤੇ ਉਹਦੇ ਵਿੱਚ ਕਮਰਾ ਬਣਾਇਆ ਹੋਇਆ, ਮੋਟਰ ਲੱਗੀ ਹੋਈ ਆ ਉਹਦੇ ਵਿੱਚ। ਇਹ ਵੀ ਗਰੇਵਾਲ ਢਾਬੇ ਵਾਲਿਆਂ ਨੇ ਲੈ ਕੇ ਬਣਾਇਆ ਹੋਇਆ ਸੀ। ਉਹਦੇ ਚ 300 ਲੀਟਰ ਇਥਨੋਲ, 300 ਲੀਟਰ ਪੈਟਰੋਲ, 1000 ਲੀਟਰ ਹੋਰ ਪੈਟਰੋਲੀਅਮ ਪਦਾਰਥ ਹੈ ਜਿਹੜੇ ਮਿਲੇ। ਤੇ ਉਦੋਂ ਅੱਗੇ ਜਿਹੜਾ ਆਉਣਾ, ਜਿਹੜਾ ਉਹਦੇ ਚ ਉਹਨੂੰ ਸਤਨਾਮ ਸਿੰਘ ਪੁੱਤਰ ਬੰਦ ਸਿੰਘ ਵਾਸੀ ਕੰਮੋ ਮਾਜਰਾ, ਫਿਰ ਇੱਕ ਹੋਰ ਕੰਮੋ ਮਾਜਰਾ ਦੇ ਮਕਾਨ ਦੇ ਵਿੱਚੋਂ 3000 ਲੀਟਰ ਉਹਦੇ ਵਿੱਚੋਂ ਸਾਨੂੰ ਪੈਟਰੋਲੀਅਮ ਪ੍ਰੋਡਕਟ ਮਿਲੇ। ਇੱਕ ਹੈਗਾ ਮਾਲਵਾ ਵਿਸ਼ਨੂੰ ਢਾਬਾ, ਉਹਦੇ ਚੋਂ 150 ਲੀਟਰ ਡੀਜ਼ਲ ਅਤੇ ਇੱਕ ਸਕ੍ਰੈਪ ਟਰੱਕ। ਇੱਕ ਹੈਗਾ ਲਾਸਟ ਵਿੱਚ ਹੈਗਾ ਮਹਿੰਦਰਾ ਏਜੰਸੀ ਦੇ ਸਾਹਮਣੇ ਹੈਗਾ ਨਵੀਨ ਕੁਮਾਰ ਉਰਫ ਬੱਗਾ ਪੁੱਤਰ ਸੋਮਨਾਥ ਵਾਸੀ ਸੰਗਰੂਰ, ਤੇ ਇਹਦੇ ਤੇ 100 ਲੀਟਰ ਡੀਜ਼ਲ ਤੇ 420 ਲੀਟਰ ਪੈਟਰੋਲ। ਇਹਦੇ ਵਿੱਚੋਂ ਇਹ ਜਿਹੜੀਆਂ ਸਾਰੀਆਂ ਪਦਾਰਥ ਜਿਹੜੇ ਸਾਨੂੰ ਮਿਲੇ, ਇੱਕ ਮੋਡਸ ਆਪਰੈਂਡੀ ਇਹ ਸੀ ਵੀ ਇਹਨਾਂ ਨੇ ਜਿਹੜੇ ਖਰਾਬ ਟੈਂਕਰ ਹੈ, ਜਿਹੜੇ ਚੱਲਣਯੋਗ ਨਹੀਂ, ਇਹ ਕੁਝ ਥਾਵਾਂ ਦੇ ਉੱਤੇ ਉਹ ਟੈਂਕਰ ਖੜੇ ਕੀਤੇ ਹੋਏ ਸੀ। ਜੇ ਕੋਈ ਚੈਕਿੰਗ ਵਾਲਾ ਆਉਂਦਾ ਜੀ, ਕਹਿੰਦੇ ਟੈਂਕਰ ਆਇਆ ਤੇਲ ਜੀ, ਪਹਿਲਾਂ ਕੱਢ ਕੇ ਤੇਲ ਉਹਦੇ ਵਿੱਚ ਭਰ ਲਿਆ ਜਾਂਦਾ ਸੀ ਤੇ ਸਸਤੇ ਰੇਟ ਦੇ ਉੱਤੇ ਰਿਟੇਲ ਦੇ ਵਿੱਚ, ਜਿਵੇਂ ਇਹ ਕਹਿ ਲਓ ਜੀ 6 ਪੈਟਰੋਲ ਪੰਪ ਜਿਹੜੇ ਰੈਗੂਲਰ ਚੱਲ ਰਹੇ ਸੀ, ਇਹਦੇ ਵਿੱਚੋਂ ਇਹ ਕਹਿ ਲਓ ਇੱਕ ਤਰੀਕੇ ਦੇ ਅਨਆਥੋਰਾਈਜ਼ਡ ਪੈਟਰੋਲ ਪੰਪ ਹੋਵੇ ਤਾਂ ਸਹੀ ਪੈਟਰੋਲ ਹੋਵੇ ਤਾਂ ਹੋਰ ਗੱਲ ਹੈ। ਇਥਨੋਲ ਨੂੰ ਆਪਦੀ ਮਰਜ਼ੀ ਨਾਲ ਮਿਕਸ ਅਪ ਕਰਕੇ 3 ਨੁਕਸਾਨ ਸੀ ਇਹਦੇ। ਇੱਕ ਇਹਦੇ ਵਿੱਚੋਂ ਜਿਹੜੇ ਵਹੀਕਲ ਜਿਹੜੇ ਲੈ ਕੇ ਜਾਂਦੇ ਆ ਡੀਜ਼ਲ ਵਾਲੇ, ਕਈ ਲੋਕ ਟਰੈਕਟਰਾਂ ਦੇ ਵਿੱਚ ਲੈ ਜਾਂਦੇ ਆ, ਹੋਰ ਲੈ ਜਾਂਦੇ ਆ, ਇਥਨੋਲ ਦੀ ਮਾਤਰਾ ਹੋਰ ਕਰਕੇ ਇੰਜਨਾਂ ਨੂੰ ਨੁਕਸਾਨ ਹੋ ਰਿਹਾ ਸੀ। ਨੰਬਰ 2 ਤੇ ਇਥਨੋਲ ਨੂੰ ਇਥੋਂ ਮਿਸਯੂਜ਼ ਕਰਕੇ ਕਿਸੇ ਵੀ ਲੈਵਲ ਤੇ ਸ਼ਰਾਬ ਦੇ ਵਿੱਚ ਯੂਜ਼ ਕੀਤਾ ਜਾ ਸਕਦਾ ਸੀ। ਥਰਡ ਦੇ ਵਿੱਚ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ, ਇਹਦੇ ਵਿੱਚ ਕਿਉਂਕਿ ਹੀਟ ਵਾਲਾ ਮੈਟਰ ਹੈ, ਜਿਹਦੇ ਵਿੱਚ ਐਕਸਪਲੋਸਿਵ ਜਿਹੜਾ ਕਿਤੇ ਵੀ ਇਹਦੇ ਚ ਜਿਹੜਾ ਬਲਾਸਟ ਹੋ ਕੇ ਤੇ ਕਿਤੇ ਆਇਲ ਡੰਪ ਨੂੰ ਵੀ ਨੁਕਸਾਨ ਹੋ ਸਕਦਾ ਸੀ, ਉੱਥੇ ਖੜੇ ਟਰੱਕਾਂ ਨੂੰ ਵੀ ਨੁਕਸਾਨ ਹੋ ਸਕਦਾ ਤੇ ਜਾਨ ਮਾਲ ਨੂੰ ਵੀ ਨੁਕਸਾਨ ਹੋ ਸਕਦਾ। ਸਰ ਆਇਲ ਡੰਪ ਕਿੰਨੀ ਦੂਰ ਹੈ ਜੀ? ਇਹਦੇ ਲਗਭਗ ਆਇਲ ਸਟਾਕ ਹੈ 200 ਮੀਟਰ ਤੋਂ ਉਹਦੇ ਸ਼ੁਰੂ ਹੋ ਕੇ ਲਾਈਨਾਂ ਲੱਗੀਆਂ ਹੋਈਆਂ ਜਿਹੜੀਆਂ ਟੈਂਕਰਾਂ ਦੀਆਂ। ਐਕਚੁਅਲੀ ਇਹ ਆੜ ਏਰੀਆ ਢਾਬੇ ਹੈ, ਫਰੰਟ ਇਹਦਾ ਢਾਬਾ ਵੀ, ਡਰਾਈਵਰ ਆ ਜਿਹੜੇ ਢਾਬੇ ਦੇ ਖਾਣਾ ਖਾਣ ਲਈ ਆਏ ਆ ਤੇ ਉਹਦੇ ਵਿੱਚੋਂ ਉਹਨੂੰ ਉਸ ਗੱਲ ਦੇ ਵਿੱਚੋਂ ਆਉਂਦੇ ਆ, ਪਰ ਪਿੱਛੋਂ ਫਿਰ ਹੌਲੀ ਹੌਲੀ ਲਿਜਾ ਕੇ ਪਿੰਡ ਸਟੋਰ ਕਰੀ ਜਾਂਦੇ ਆ, ਲਿਆ ਕੇ ਟੈਂਕਰ ਦੇ ਵਿੱਚ ਪਾਈ ਜਾਂਦੇ ਆ। ਲੋਕ ਆਉਂਦੇ ਕੋਈ ਨਾ ਕੋਈ ਕਾਰ ਚ ਲੈ ਗਿਆ, ਕੋਈ ਕੇਨੀ ਰੱਖ ਕੇ ਲੈ ਗਿਆ, ਕੋਈ ਜ਼ਿਮੀਂਦਾਰ ਲੈ ਗਿਆ, ਇਸ ਢੰਗ ਨਾਲ ਲੈ ਕੇ ਉਹਨਾਂ ਦੇ ਵਿੱਚੋਂ ਉਹਨੂੰ ਉਸ ਨੂੰ ਕਰਦੇ ਆ। ਮੈਨੂੰ ਲੱਗਦਾ ਹੈ ਇਹ ਕਈ ਸਾਲਾਂ ਤੋਂ ਚੱਲਣ ਕਰਕੇ ਤੇ ਇਹਦੇ ਵਿੱਚ ਇੱਕ ਪੱਕਾ ਇਹਨਾਂ ਦਾ ਮਾਫੀਆ ਟਾਈਪ ਬਣ ਗਿਆ ਸੀ ਤੇ ਇਹ ਅਸੀਂ ਇਹਨੂੰ ਬ੍ਰੇਕ ਕਰਨ 'ਚ ਕਾਮਯਾਬ ਹੋਏ ਆ। ਤੇ ਮੈਨੂੰ ਲੱਗਦਾ ਇਹ ਸਾਡੀ ਡਿਸਟ੍ਰਿਕਟ ਪੁਲਿਸ ਦੀ ਜਿਵੇਂ ਪਹਿਲਾਂ ਜਿਹੜੀ ਜਿਵੇਂ ਧੂਰੀ ਦੇ ਵਿੱਚ ਅਸੀਂ ਕੀਤਾ ਮਿਲਕ ਪ੍ਰੋਡਕਟਸ ਦੀ ਜਿਹੜੀ ਅਡਲਟ੍ਰੇਸ਼ਨ ਆ ਉਹਦੇ ਤੇ ਕਾਰਵਾਈ ਕੀਤੀ ਆ। ਡਰੱਗ ਕੇਸ ਦੇ ਵਿੱਚ ਜਿਹੜੀ ਉੱਥੇ ਉਹ ਹੋਈ ਸੀ, ਡੈਥ ਹੋਈ, ਉਹਦੇ ਵਿੱਚੋਂ ਅੱਗੇ ਅਸੀਂ 304 ਦਾ ਪਰਚਾ ਦੇ ਕੇ ਕ੍ਰਿਮੀਨਲ ਨੂੰ ਮੈਸੇਜ ਦਿੱਤਾ। ਜੇ ਖੋਹ ਹੋਈ ਸੀ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਕ੍ਰਿਮੀਨਲ ਨੂੰ ਮੈਸੇਜ ਦਿੱਤਾ। ਇਸੇ ਢੰਗ ਨਾਲ ਇੱਕ ਸਟਰੋਂਗ ਮੈਸੇਜ ਦਿੱਤਾ, ਜੇ ਤੁਸੀਂ ਕ੍ਰਾਈਮ ਕਰੋਗੇ ਸੰਗਰੂਰ ਦੇ ਵਿੱਚ, ਇਹ ਜੇ ਬਦਮਾਸ਼ੀ ਕਰੋਗੇ ਤਾਂ ਤੁਹਾਡੀ ਜਗ੍ਹਾ ਸਲਾਖਾਂ ਦੇ ਪਿੱਛੇ ਆ। ਤੇ ਸਾਡੀ ਪੂਰੀ ਨਿਗਾਹ ਇਸ ਗੱਲ ਤੇ, ਜਿੰਨੇ ਵੀ ਮਾੜੇ ਧੰਦੇ ਹੁੰਦੇ ਆ ਉਹਨਾਂ ਨੂੰ ਸਟਰੋਂਗ ਉਹਦੀ ਉਹ ਕੋਈ ਵੀ ਬੰਦਾ ਹੋਵੇ, ਇਹਦੇ ਤੋਂ ਕੋਈ ਇੰਪੋਰਟੈਂਟ ਬੰਦਾ ਜਾਂ ਅਨਇੰਪੋਰਟੈਂਟ ਬੰਦਾ, ਇਹ ਮੈਟਰ ਨਹੀਂ ਕਰਦਾ। ਜੇ ਕ੍ਰਾਈਮ ਕਰੋਗੇ ਤਾਂ ਅਸੀਂ ਫੜ ਕੇ ਤੁਹਾਨੂੰ ਅੰਦਰ ਕਰਾਂਗੇ, ਤੁਹਾਡੇ ਖਿਲਾਫ ਸਖਤ ਕਾਰਵਾਈ ਕਰਾਂਗੇ। ਨਹੀਂ, ਇਹਦੇ ਵਿੱਚ ਜੀ ਦੇਖੋ, ਕੰਪਨੀ ਤੋਂ 200 ਗਾਇ ਦੇ ਉੱਤੇ ਰੈਗੂਲਰ ਪੈਟਰੋਲ ਪੰਪ ਚੱਲੇ ਹੋਏ ਆ। ਕੰਪਨੀ ਦੀਆਂ ਆਏ ਸਾਲ ਫਾਇਰ ਜਿਹੜੀਆਂ ਸੇਫਟੀ ਡਰਿਲ ਚੱਲ ਰਹੀਆਂ। ਮੈਂ ਕਿਸੇ ਕੰਪਨੀ ਤੇ ਇਲਜ਼ਾਮ ਲਾ ਕੇ ਉਹਨਾਂ ਨੂੰ ਬਦਨਾਮ ਨਹੀਂ ਕਰਨਾ ਚਾਹੁੰਦਾ, ਪਰ ਇਹਦੇ ਵਿੱਚ ਇੱਕ ਕੁਐਸਚਨ ਮਾਰਕ ਹੈ ਵੀ ਕੰਪਨੀ ਦੇ ਨੇੜੇ ਹੀ ਜਿਹੜੇ 200 ਗਾਇ ਦੇ ਵਿੱਚ ਐਡਾ ਵੱਡਾ ਹਿੰਦੁਸਤਾਨ ਦਾ ਜਿਹੜਾ ਆਇਲ ਡੰਪ ਆ, ਉਹਦੇ ਨੇੜੇ ਹੀ ਬਾਹਰ ਪੈਟਰੋਲ ਪੰਪ ਅਨਆਥੋਰਾਈਜ਼ਡ ਟਾਈਪ ਦੇ ਪੈਟਰੋਲ ਪੰਪ ਚੱਲਦੇ ਹੋਣ
ਤੇ ਉਹ ਜਿਹੜੀ ਇੱਕ ਕੁਐਸਚਨ ਮਾਰਕ ਹੈ, ਪਰ ਇਹਦੇ ਚ ਜੇ ਪੜਤਾਲ ਦਾ ਵਿਸ਼ਾ ਹੋਊਗਾ ਵੀ ਉਹਨਾਂ ਦੇ ਜਿਹੜਾ ਇਥਨੋਲ ਹੈ, ਇਥਨੋਲ ਕਿਵੇਂ ਅੰਦਰੋਂ ਬਾਹਰ ਆ ਰਿਹਾ, ਕਿਉਂਕਿ ਉੱਥੇ ਬਾਹਰ ਤਾਂ ਉਹਦੀ ਇਥਨੋਲ ਦੀ ਲੋੜ ਹੀ ਨਹੀਂ, ਉਹ ਮਿਕਸ ਕਰਦੇ ਆ ਉਹਨਾਂ ਦੇ ਪਲਾਂਟ ਦੇ ਵਿੱਚ, ਬਾਹਰੋਂ ਆ ਕੇ ਯੂਪੀ ਦੇ ਵਿੱਚੋਂ ਆਉਂਦਾ, ਹੋਰ ਦੇ ਵਿੱਚੋਂ ਆਉਂਦਾ ਜਿਹੜਾ ਮਿਕਸਅਪ ਹੁੰਦਾ, ਤੇ ਜੇ ਉਹ ਇਥਨੋਲ ਕਿਵੇਂ ਆ ਰਿਹਾ ਅੰਦਰੋਂ ਬਾਹਰ, ਇਹ ਕੁਐਸਚਨ ਮਾਰਕ ਹੈ ਇੱਕ ਤਾਂ। ਨਹੀਂ, ਉਹ ਬਾਹਰੋਂ ਆਉਂਦਾ, ਯੂਪੀ ਤੋਂ ਆਉਂਦਾ, ਹੋਰ ਤੋਂ ਆਉਂਦਾ, ਜਿਹੜੀ ਗੰਨੇ ਦੀਆਂ ਸ਼ੂਗਰ ਮਿੱਲਾਂ ਉਹਨਾਂ ਦੇ ਵਿੱਚੋਂ ਆਉਂਦਾ ਇਥਨੋਲ ਆਉਂਦਾ ਨਾ। ਸਰ ਪੋਲੀਟੀਕਲ ਸ਼ਹਿਰ ਹੋ ਸਕਦੀ ਹੈ ਕਿਉਂਕਿ ਇੰਨੇ ਲੰਬੇ ਸਮੇਂ ਤੋਂ ਚੱਲ ਰਹੀ ਤਾਂ ਹੀ ਕਾਰਵਾਈ ਕੋਈ ਕਦੇ ਹੋਈ ਨਹੀਂ। ਤੇ ਇਹਦੇ ਵਿੱਚ ਇਹਦੇ ਬਾਰੇ ਮੈਂ ਨਹੀਂ ਕੁਝ ਕਮੈਂਟ ਕਰਨਾ ਚਾਹੁੰਦਾ ਵੀ ਪੋਲੀਟੀਕਲ ਸ਼ਹਿਰ ਹੋ ਸਕਦੀ ਕਿ ਨਹੀਂ ਹੋ ਸਕਦਾ। ਸਾਡੇ ਲਈ ਇੱਕ ਕ੍ਰਾਈਮ ਕੀਤਾ ਉਹਨਾਂ ਨੇ ਤੇ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਉਹ ਕੀਤੀ ਹੈ। ਜਿਹੜਾ ਵੀ ਇੰਪੋਰਟੈਂਟ ਬੰਦਾ, ਉਹ ਕੋਈ ਵੀ ਬੰਦਾ ਇਹਦੇ ਵਿੱਚ ਜੀ 6 ਸਾਡੇ ਯੂਨਿਟ ਹੈ ਜਿਹੜੇ ਵੱਖ-ਵੱਖ ਥਾਂ ਤੇ ਅੱਜ ਅਸੀਂ ਰੇਡ ਕਰਕੇ ਇਹਨੂੰ ਪੈਰਲਲ ਰੇਡ ਕੀਤੇ ਆ, ਕਿਉਂਕਿ ਨਾਰਮਲ ਪਹਿਲਾਂ ਰੇਡ ਹੁੰਦਾ ਸੀ ਇੱਕ ਯੂਨਿਟ ਤੇ ਹੋਇਆ, ਬਾਕੀ ਆਪਦਾ ਸਮਾਨ ਸਾਂਭ ਲੈਂਦੇ ਸੀ। ਅੱਜ ਵੱਡੇ ਲੈਵਲ ਤੇ ਅਸੀਂ ਫੋਰਸ ਨੂੰ ਇੱਥੇ ਆਰਗੇਨਾਈਜ਼ ਕਰਕੇ ਫਿਰ ਉੱਥੇ ਚੰਡੀਗੜ੍ਹ ਤੱਕ ਵੀ ਜਿਹੜੇ ਗੁਰਜੀਤ ਕਿਰਪਾਲ ਹੈ, ਜਿਹੜੇ ਸੈਕਟਰੀ ਇਹਨਾਂ ਦੇ ਹੈਗੇ ਆ, ਉਹਨਾਂ ਨਾਲ ਗੱਲ ਕੀਤੀ। ਸਵੇਰੇ ਹੀ ਉਹਨਾਂ ਨੇ ਫੂਡ ਸਪਲਾਈ ਵਾਲੇ ਅਫਸਰ ਦੀ ਡਿਊਟੀ ਲਾਈ, ਇਹਦੇ ਚ ਇੰਡਸਟਰੀ ਡਿਪਾਰਟਮੈਂਟ ਦੀ ਡਿਊਟੀ ਲਾਈ। ਇਹਨੂੰ ਅਸੀਂ ਬੜਾ ਆਰਗੇਨਾਈਜ਼ ਢੰਗ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਇਹ ਇਹਨਾਂ ਦਾ ਕਿਤੇ ਬਚਾ ਨਾ ਰਹਿ ਜੇ। ਉਸ ਤੋਂ ਬਾਅਦ ਮੈਂ ਤੇ ਡਿਪਟੀ ਕਮਿਸ਼ਨਰ ਵੀ ਉਹਨਾਂ ਨੇ ਸਾਰੇ ਯੂਨਿਟਸ ਦੇ ਵਿੱਚ ਅਸੀਂ ਵਿਜ਼ਿਟ ਕੀਤਾ, ਸੋ ਦੈਟ ਕਿ ਇੱਕ ਮੈਸੇਜ ਹੋ ਜੇ, ਸੀਰੀਅਸਨੈਸ ਕਨਵੇ ਹੋ ਜੇ ਵੀ ਇਹ ਜਿਹੜਾ ਗੌਰਵ ਧੰਦਾ ਹੈ, ਜਿਹੜਾ ਗਲਤ ਕਾਰੋਬਾਰ ਹੈ, ਇਹ ਬਿਲਕੁਲ ਬੰਦ। ਟੋਟਲ ਹਜੇ ਬੰਦੇ ਨਾ ਜੀ ਉਹਦੇ ਚ ਹਜੇ ਅਰੈਸਟ ਉਹਨਾਂ ਦੀਆਂ ਪੈਣੀਆਂ, ਮਤਲਬ ਬਹੁਤ ਸਾਰੇ ਇਹਨਾਂ ਦੇ ਵਿੱਚੋਂ ਜਿਹੜੇ ਕਹਿ ਲਓ ਮੇਨ ਮਾਲਕ ਹੈ, ਜਿਹੜੇ ਕਰਿੰਦੇ ਆ ਕੰਮ ਕਰਨ ਵਾਲੇ ਵਰਕਰ ਹਜੇ ਉਹ ਕੀਤੇ ਆ, ਕਿਉਂਕਿ ਇਹ ਜਗ੍ਹਾ ਦੇ ਜਿਹੜੇ ਮਾਲਕ ਜਿਨ੍ਹਾਂ ਨੇ ਕਿਰਾਏ ਤੇ ਦਿੱਤੀ ਵੀ ਆ ਉਹ ਵੀ ਸਾਰੇ ਮੁਲਜ਼ਮ ਬਣ ਗਏ। ਹਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ। ਕਿੰਨੇ ਘੰਟੇ ਚੱਲੀ ਸਰ ਰੇਡ ਪੂਰੀ ਜਿਹੜਾ ਇਹਨੂੰ ਹਜੇ ਵੀ ਇਹਦੀ ਜਿਹੜੀ ਪ੍ਰੋਸੀਜਰ ਉਹਨੂੰ ਚੱਲ ਰਿਹਾ। ਸਵੇਰੇ ਲਗਭਗ 6 ਵਜੇ ਤੋਂ 5 ਵਜੇ ਤੋਂ ਇੱਥੋਂ ਸਟਾਰਟ ਹੋ ਕੇ ਤੇ ਤੁਸੀਂ ਹਜੇ ਲਾ ਲਓ ਵੀ 3 ਵਜੇ ਚਲੇ ਤੇ ਹਜੇ ਤੱਕ ਉਹਨੂੰ ਲਗਭਗ 10 ਘੰਟੇ ਹੋ ਗਏ, ਕਿਉਂਕਿ ਸਾਰੀਆਂ ਚੀਜ਼ਾਂ ਨੂੰ ਅਕਾਊਂਟ ਫੋਰ ਕਰਨਾ ਹੈ। ਰੈਗੂਲਰ ਇੰਨੀ ਵੱਡੀ ਰਿਕਵਰੀ ਕਿਤੇ ਵੀ ਪੰਜਾਬ ਦੇ ਵਿੱਚ ਨਹੀਂ ਹੋਈ ਪਾਈ ਜਿੱਡੀ ਵੱਡੀ ਰਿਕਵਰੀ ਹੋਈ ਹੈ। ਕਿਸੇ ਨਾ ਕਿਸੇ ਕਾਰਨ ਇਹ ਚੱਲ ਰਿਹਾ ਸੀ, ਕਿਉਂ ਚੱਲ ਰਿਹਾ ਸੀ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ। ਕਿਹਦੀ ਸ਼ਹਿਰ ਤੇ ਚੱਲ ਰਿਹਾ ਸੀ ਤੇ ਕਿਵੇਂ ਚੱਲ ਰਿਹਾ ਸੀ ਪਾਰਟ ਆਫ ਇਨਵੈਸਟੀਗੇਸ਼ਨ। ਨਵੀਨ ਪ੍ਰੋਫੈਸਰ ਹਾਂਜੀ, ਨਵੀਨ ਕੁਮਾਰ ਫੜਿਆ ਗਿਆ, ਮਤਲਬ ਜਿਹੜਾ ਆਰੋਪੀ ਪਾਇਆ ਗਿਆ, ਉਹ ਕੀ ਕੁਝ ਬਰਾਮਦ ਹੋਇਆ ਇਹਦਾ, ਉਹ ਕਿਵੇਂ ਚੱਲ ਰਿਹਾ ਸੀ ਪੂਰਾ? ਇਹ ਵੀ ਜਿਹੜਾ ਨਵੀਨ ਕੁਮਾਰ ਦੇ ਵਿੱਚੋਂ ਇਹਦੇ ਵਿੱਚ ਉਹਦੇ ਤੋਂ 400 ਲੀਟਰ ਦੇ ਲਗਭਗ 420 ਲੀਟਰ ਦਾ ਪੈਟਰੋਲ ਹੈ ਤੇ ਇਹਦੇ ਵਿੱਚ 100 ਲੀਟਰ ਉਹਦੇ ਤੇ ਡੀਜ਼ਲ ਹੈ, ਜਿਹੜਾ ਵਾਹੀਕਲ ਦੇ ਵਿੱਚੋਂ ਚੋਰੀ ਕੱਢ ਕੇ। ਇਹਦੇ ਵਿੱਚ ਇੱਕ ਹੋਰ ਤੁਹਾਨੂੰ ਦੱਸਦਾ ਸੀ, ਅੰਡਰ ਸੈਕਸ਼ਨ ਹੈ ਜਿਹੜੇ ਇੱਕ ਨਵੀਨ ਕੁਮਾਰ ਵਾਲੀ FIR ਦਰਜ ਹੋ ਗਈ ਹੈ, ਬਾਕੀ FIR ਦਰਜ ਹੋ ਰਹੀ ਹੈ 379 420 336 285 34 IPC 7 EC Act 4/5 ਐਕਸਪਲੋਸਿਵ ਐਕਟ 23 ਪੈਟਰੋਲੀਅਮ ਐਕਟ। ਇਹ ਅਸੀਂ ਅੰਡਰ ਸੈਕਸ਼ਨ ਇਹਦੇ ਕਰਤਾ। ਇਹਦੇ ਵਿੱਚੋਂ ਜਿਹੜੇ ਐਕਸਪਲੋਸਿਵ ਐਕਟ ਤੇ ਹੋਰ ਦੇ ਵਿੱਚ 10 ਤੋਂ 14 ਸਾਲ ਤੱਕ ਦੀ ਸਜ਼ਾ ਵੀ ਇਹਦੇ ਵਿੱਚ ਇਸ ਕੇਸ ਦੇ ਵਿੱਚ ਹੈਗਾ। ਜਿਹੜੀਆਂ ਸਭ ਤੋਂ ਸਖਤ ਧਾਰਾਵਾਂ ਹੈ ਜਿਹੜੀਆਂ ਉਹਨਾਂ ਧਾਰਾਵਾਂ ਦੇ ਅਧੀਨ ਪਰਚਾ ਦਰਜ ਕਰਨਾ। ਮੈਸੇਜ ਹੈ ਵੀ ਇਹਦੇ ਵਿੱਚ ਲੋਕਾਂ ਦੀ ਜਾਨ ਨੂੰ ਖਿਲਵਾੜ ਨਾ ਕਰੋ। ਲੋਕਾਂ ਦੇ ਵਿੱਚ ਅੱਗੇ ਹੀ ਉਹ ਜਿਹੜੇ ਆ ਉਹਦੇ ਮਸ਼ੀਨਰੀ ਕਾਰਨ ਕਿਸਾਨ ਫੇਰ ਹੋ ਰਿਹਾ, ਫਸਲਾਂ ਦੇ ਵਿੱਚ ਨਹੀਂ ਹੋ ਰਿਹਾ, ਤਾਂ ਮਸ਼ੀਨਰੀ ਦੇ ਵਿੱਚ ਮਿਕਸ ਜਿਹੜਾ ਤੇਲ ਪਾ ਕੇ ਗੱਡੀਆਂ ਇੰਨੀਆਂ ਮਹਿੰਗੀਆਂ ਗੱਡੀਆਂ ਦੇ ਵਿੱਚ ਤੇਲ ਪਾ ਕੇ ਮਿਕਸ, ਉਹ ਗੱਡੀਆਂ ਦੇ ਇੰਜਨ ਸੀਜ਼ ਹੋ ਰਿਹਾ, ਗੱਡੀਆਂ ਦਾ ਨੁਕਸਾਨ ਹੋ ਰਿਹਾ, ਇਕਨੋਮੀ ਨੂੰ ਨੁਕਸਾਨ ਪੈ ਰਿਹਾ, ਲੋਕਾਂ ਦੀ ਜਾਨ ਨੂੰ ਨੁਕਸਾਨ ਹੋ ਰਿਹਾ। ਨਹੀਂ, ਨਵੀਨ ਜੀ ਬਿਲਕੁਲ ਕਲੀਅਰ ਕੱਟ ਇਨਵੋਲਵ ਸੀਗਾ, ਉਹ ਬਿਲਕੁਲ ਇਹਦੇ ਵਿੱਚ ਕਰ ਰਿਹਾ ਸੀਗਾ। ਉਹਦੀਆਂ ਕੁਝ ਗੱਡੀਆਂ ਵੀ ਪਤਾ ਲੱਗਿਆ ਵੀ ਉਹਦੀਆਂ ਗੱਡੀਆਂ ਵੀ ਢੋਆਈ ਜਿਹੜਾ ਤੇਲ ਨਿਕਲਦਾ ਸੀ ਉਹ ਕਰਦੇ ਸੀ। ਉਹ ਪਾਰਟ ਆਫ ਇਨਵੈਸਟੀਗੇਸ਼ਨ ਆ ਜੇ ਭਗੌੜਾ ਨਵੀਨ ਨੂੰ ਅਸੀਂ ਅਰੈਸਟ ਕਰ ਲਾਂਗੇ। ਦੇਖੋ, ਰਾਜਨੀਤਿਕ ਬੈਕਗ੍ਰਾਉਂਡ ਬਾਰੇ ਮੈਨੂੰ ਤੁਹਾਡੇ ਵਿੱਚੋਂ ਕਈ ਬੰਦਿਆਂ ਨੇ ਦੱਸਿਆ ਵੀ ਰਾਜਨੀਤਿਕ ਬੈਕਗ੍ਰਾਉਂਡ ਹੈਗਾ, ਪਰ ਅਸੀਂ ਪੁਲਿਸ ਨੂੰ ਰਾਜਨੀਤਿਕ ਬੈਕਗ੍ਰਾਉਂਡ ਦੇ ਹਿਸਾਬ ਨਾਲ ਡੀਲ ਨਹੀਂ ਕਰਦੀ। ਅਸੀਂ ਐਜ਼ ਜੇ ਕ੍ਰਾਈਮ ਕੀਤਾ ਤਾਂ ਐਜ਼ ਏ ਕ੍ਰਿਮੀਨਲ ਦੇ ਹਿਸਾਬ ਨਾਲ ਡੀਲ ਕਰਦੇ। ਸਰ ਹੁਣ ਕਿੰਨੇ ਬੰਦੇ ਗ੍ਰਿਫਤਾਰ ਹੋ ਗਏ? ਇਹ ਗ੍ਰਿਫਤਾਰ ਹਜੇ ਦੇਖੋ ਡਿਟੇਨ ਕੀਤੇ ਹੋਏ ਆ, ਉਹਨਾਂ ਦੀ ਫਾਰਮਲ ਅਰੈਸਟ ਪਾ ਕੇ ਦੱਸੋ ਕਿੰਨੇ ਹਿਰਾਸਤ ਲਿਆ ਲਈ। ਹਾਂ, ਮਤਲਬ ਉਹਨਾਂ ਨੂੰ ਹਿਰਾਸਤ ਲਿਆ, ਉਹਦੀ ਅਰੈਸਟ ਪਾਵਾਂਗੇ। ਇਹਦੇ ਮਾਲਕਾਂ ਨੂੰ ਟ੍ਰੇਸ ਕਰਾਂਗੇ, ਕਿਹਦੇ ਤੇ ਉਹਨੂੰ ਕੀਤਾ ਕਿਰਾਏ ਤੇ ਤਾਂ ਕਿਹਨੇ ਕੀਤਾ ਹੋਇਆ ਕਿਰਾਏ ਤੇ, ਉੱਥੋਂ ਪ੍ਰੋਪਰ ਵੀਡੀਓਗ੍ਰਾਫੀ ਕੀਤੀ ਅਸੀਂ
ਜਿਹੜੇ ਜਿੱਥੇ ਜਿਹੜੀ ਚੀਜ਼ਾਂ ਮਿਲੀਆਂ ਉੱਥੇ ਪਿਕਚਰਸ ਕਲਿੱਕ ਕੀਤੀਆਂ ਤਾਂ ਕਿ ਹਰ ਜਗ੍ਹਾ ਦੀ ਚੀਜ਼ ਦੀ ਆਇਡੈਂਟੀ ਨਵੀਨ ਵਾਲਾ ਜਿਹੜਾ ਪੂਰਾ ਚੱਲ ਰਿਹਾ ਸੀ ਕਦੋਂ ਤੋਂ ਚੱਲ ਰਿਹਾ ਸੀ ਜਿਹੜਾ ਕੀ ਜਾਣਕਾਰੀ ਇਹ ਨਵੀਨ ਦਾ ਜਿਹੜਾ ਜੀ ਲਗਭਗ 3-4 ਸਾਲ ਤੋਂ ਪੂਰੇ ਜ਼ੋਰ ਨਾਲ ਚੱਲ ਰਿਹਾ ਸੀ। ਬੜਾ ਵੱਡਾ ਇਹਦਾ ਨੈਕਸਸ ਸੀਗਾ। ਇਹਦੇ ਵਿੱਚੋਂ ਇਹਨੂੰ ਕਹਿ ਲਓ ਵੀ ਇਹ ਸਾਰਾ ਜਿਹੜਾ ਧੰਦਾ ਚੱਲ ਰਿਹਾ ਸੀ ਇਹ 4 ਸਾਲ ਤੋਂ 3-4 ਸਾਲ ਤੋਂ ਹੈ। ਨਹੀਂ ਡੰਪ ਦੇ ਵਿੱਚੋਂ ਤੇਲ ਨਹੀਂ ਸੀ ਉਹਦੇ ਚੋਂ ਹੋ ਗਿਆ ਪ੍ਰੀਲਿਫਰੇਟ ਹੋ ਗਿਆ ਜਿਹੜਾ ਟਰੱਕ ਟੈਂਕਰਾਂ ਦੇ ਵਿੱਚ ਉੱਥੇ ਉਹਨਾਂ ਨੇ ਦਿਖਾਇਆ ਸ਼ਾਇਦ ਤੁਹਾਡੇ ਤੋਂ ਗਏ ਸੀ ਇੱਕ ਪਾਈਪ ਬਣਾਈ ਵੀ ਹੈ ਉਹਨੇ ਉਹ ਕੱਢ ਕੇ ਉਹਨੂੰ ਕਹਿੰਦੇ ਵਿੱਚ ਲਾ ਕੇ ਖੋਲ ਦਿੰਦੇ ਉਹਨੂੰ ਫਿਰ ਪਾਈਪ ਲਾ ਕੇ ਆਪਣੇ ਡਰਮ ਭਰ ਲੈਂਦੇ। ਉਹ ਟੈਂਕਰਾਂ ਦੇ ਵਿੱਚ ਜਦੋਂ ਡੰਪ ਦੇ ਵਿੱਚੋਂ ਟੈਂਕਰਾਂ 'ਚ ਤੇਲ ਹੋ ਗਿਆ ਤੇ ਤੇਲ ਨੂੰ ਅੱਗੇ ਜਾ ਕੇ ਉਹਨੂੰ ਆਪਦੇ ਵਿੱਚੋਂ ਕੱਢ ਕੇ ਉਹਨੇ ਪਾ ਲਿਆ। ਹੁਣ ਉਹਨੂੰ ਹੋਰ ਕੁਆਲਿਟੀ ਨੂੰ ਡਾਊਨ ਕਰਨ ਲਈ ਉਹਦੇ 'ਚ ਇਥਨੋਲ ਜਿਹੜਾ ਆਮ ਪੈਟਰੋਲ ਪੰਪ ਵਾਲਾ ਉਹਦਾ ਹੋ ਗਿਆ ਨਾ ਜਿਹੜਾ ਟੈਂਕਰਾਂ 'ਚ ਜਾਂਦਾ ਆਮ ਲੋਕਾਂ ਨੂੰ ਸਪਲਾਈ ਹੋਣ ਵਾਲਾ ਇਥਨੋਲ ਹੈ ਬਹੁਤ ਸਸਤਾ ਉਹ 30-40 ਰੁਪਏ ਦੇ ਕਰੀਬ ਹੈ ਲੀਟਰ ਜਿਹੜਾ ਇਥਨੋਲ ਤੇ ਇਹ ਵਿੱਚੋਂ ਇੱਥੇ ਪਤਾ ਲੱਗਿਆ ਵੀ ਰਲਾ ਮਿਲਾ ਕੇ ਇਹ ਕੋਈ ਜਿਹੜਾ ਇਹ ਕੋਈ ਬਾਜ਼ਾਰ ਦੇ 100 ਰੁਪਏ ਵਾਲੇ ਲੀਟਰ ਤੇ ਲਗਭਗ 75-80 ਰੁਪਏ ਨੂੰ ਰਿਟੇਲ ਦੇ ਵਿੱਚ ਵੇਚੀ ਜਾਂਦੇ ਸੀ। ਇਹ ਲੈਂਦੇ ਆ ਜਿਹੜੇ 40-50 ਜਾਂ 60 ਰੁਪਏ ਦੇ ਜਿਸ ਜਿਹੜਾ ਬੰਦੇ ਦਾ ਹਿਸਾਬ ਲੱਗੇ ਉਸ ਘੰਟੇ ਲੈ ਕੇ ਅੱਗੇ ਉਹਨੂੰ ਕਰ ਲੈਂਦਾ।